ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਸ਼ਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕहीं न ਜਾਏ। सरे सरियत करे विचार, बिन बूझे कैसे पावे पार। सिद्क कर सिजदा मन कर मकसूद, जे तर देखा तै तिर मौजूद। महला तीजा। गुरसभा एव न पाइए, ना नेड़े ना दूर। नानक सतगुरु ता मिले, जा मन रहे हदूर। पौड़ी। संपत दीप संपत सागरा, नव खंड चार वेद, 10 अष्ट पुराणा। हर सबना विच तू वरतदा, हर सबना पाणा। सब तुझे ध्यावे जी जंत, हर सारग पाणा। जो गुरमुख हर आराध दे, तिन हों कुर्बाना। तू आपे आप वरतदा, कर चोज बिडाणा। जो गुरमुख हर आराध दे, तिन हों कुर्बाना। तू आपे आप ਵਰਤਦਾ, ਕਰ ਚੋਜ ਵਿਡਾਣਾ। ਗੁਰੂ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਕੁਦਰਤ ਸ੍ਰਿਸ਼ਟੀ ਦੀ ਰਚਨਾ ਕਰਕੇ ਆਪ ਉਸ ਵਿੱਚ ਵਸ ਰਿਹਾ ਹੈ। ਇੱਥੇ ਜੋ ਮਨੁੱਖਾ ਜੀਵਨ ਦੇ ਸਮੇਂ ਨੂੰ ਵਿਚਾਰਦਾ ਹੈ, ਭਾਵ ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿੱਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ, ਉਹ ਉਸ ਪ੍ਰਭੂ ਦਾ ਦਾਸ ਬਣ ਜਾਂਦਾ ਹੈ। ਸ੍ਰਿਸ਼ਟੀ ਦੀ ਰਚਨਾ ਪ੍ਰਭੂ ਆਪਣੀ ਰਚੀ ਕੁਦਰਤ ਵਿੱਚ ਵਿਆਪਕ ਹੈ, ਜਿਸ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਜੇ ਕੋਈ ਕੀਮਤ ਪਾਉਣ ਦਾ ਯਤਨ ਵੀ ਕਰੇ ਤਾਂ ਵੀ ਉਸਦੀ ਕੀਮਤ ਦੱਸੀ ਨਹੀਂ ਜਾ ਸਕਦੀ। ਜੋ ਮਨੁੱਖ ਨਿਰੀ ਸ਼ਰ੍ਹਾ ਆਦਿ ਭਾਵ ਬਾਹਰਲੀਆਂ ਧਾਰਮਿਕ ਸ਼ਰੀਅਤ ਦੀਆਂ ਹੀ ਵਿਚਾਰ ਕਰਦੇ ਹਨ, ਉਹ ਭਲਾ ਵਾਸਤਵਿਕਤਾ ਨੂੰ ਸਮਝੇ ਬਿਨਾ ਪਰਮਾਤਮਾ ਦੀ ਕੁਦਰਤ ਨੂੰ ਕਿਵੇਂ ਪਾਰ ਕਰ ਸਕਦੇ ਹਨ, ਭਾਵ ਉਸ ਦਾ ਭੇਦ ਉਹਨਾਂ ਨੂੰ ਕਿਵੇਂ ਸਮਝ ਆ ਸਕਦਾ ਹੈ। ਹੇ ਭਾਈ, ਰੱਬ 'ਤੇ ਭਰੋਸਾ ਰੱਖ। ਇਹੀ ਹੈ ਉਸਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿੱਚ ਜੋੜਨਾ। ਇਸ ਨੂੰ ਜ਼ਿੰਦਗੀ ਦਾ ਮਨੋਰਥ ਸਮਝੋ, ਤਾਂ ਫਿਰ ਜਿਸ ਪਾਸੇ ਵੇਖੀਏ ਉਸ ਪਾਸੇ ਰੱਬ ਹਾਜ਼ਰ ਨਾਜ਼ਰ ਪ੍ਰਤੱਖ ਵਿਦਮਾਨ ਪ੍ਰਤੀਤ ਹੋਵੇਗਾ। ਸਰੀਰ ਦੀ ਰਾਹੀਂ ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦੀ ਸੰਗਤ ਪ੍ਰਾਪਤ ਨਹੀਂ ਹੋ ਸਕਦੀ। ਹੇ ਨਾਨਕ, ਸਤਿਗੁਰ ਤਦੋਂ ਹੀ ਮਿਲਦਾ ਹੈ ਜਦੋਂ ਸਿੱਖ ਦਾ ਮਨ ਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ ਹੈ, ਭਾਵ ਮਨ ਗੁਰਚਰਨਾਂ ਵਿੱਚ ਟਿਕਿਆ ਹੋਵੇ। ਫਿਰ ਗੁਰੂ ਜੀ ਕਹਿੰਦੇ ਹਨ ਕਿ 7 ਦੀਪ, 7 ਸਮੁੰਦਰਾਂ, 9 ਖੰਡਾਂ, 4 ਵੇਦਾਂ, 18 ਅਤੇ ਪੁਰਾਣਾ, ਇਹਨਾਂ ਸਭਨਾਂ ਵਿੱਚ ਤੂੰ ਹੀ ਵਸ ਰਿਹਾ ਹੈ ਅਤੇ ਸਭ ਨੂੰ ਚੰਗਾ ਲੱਗਦਾ ਹੈ। ਹੇ ਪ੍ਰਭੂ, ਹੇ ਪਰਮਾਤਮਾ, ਸਾਰੇ ਜੀ ਜੰਤ ਤੇਰਾ ਹੀ ਸਿਮਰਨ ਕਰਦੇ ਹਨ। ਜੋ ਗੁਰਮੁਖ ਵਿਅਕਤੀ ਪਰਮਾਤਮਾ ਨੂੰ ਯਾਦ ਕਰਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ, ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ ਅਤੇ
ਤੂੰ ਆਪ ਹੀ ਭਾਵੇਂ ਨੂੰ ਅਚਰਜ ਲੀਲਾ ਰਚ ਕੇ ਆਪ ਹੀ ਸਭਨਾਂ ਵਿੱਚ ਅਤੇ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੋ ਰਿਹਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕਰਤਾਰ ਕੁਦਰਤ ਵਿੱਚ ਵਿਆਪਕ ਹੈ, ਪਰ ਇਸ ਭੇਦ ਨੂੰ ਹਰ ਕੋਈ ਨਹੀਂ ਬੁੱਝ ਸਕਦਾ। ਭੈ ਭਾਵਨੀ ਸਹਿਤ ਗੁਰ ਮੁਰਸ਼ਦ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਜਗਿਆਸੂ ਅੰਦਰ ਹੀ ਅਜਿਹੀ ਦ੍ਰਿੜਤਾ ਆਉਂਦੀ ਹੈ, ਉਸ ਅੰਦਰ ਗੁਰਮਤ ਦਾ ਸਿਦਕ ਹੁੰਦਾ ਹੈ। ਉਹ ਧੀਰਜਵਾਨ ਹੁੰਦਿਆਂ ਹੋਇਆਂ ਸਾਈਂ ਦੀ ਰਜਾ ਵਿੱਚ ਰਹਿਣਾ ਸਿੱਖ ਜਾਂਦਾ ਹੈ ਅਤੇ ਮਨੁੱਖੀ ਸਰੀਰ ਦੀਆਂ ਕੀਮਤਾਂ ਤੋਂ ਜਾਣੂ ਹੁੰਦਾ ਹੈ ਅਤੇ ਹਜ਼ੂਰੀ ਵਿੱਚ ਰਹਿਣ ਦੀ ਸਦਕਾ ਉਸਨੂੰ ਹਰ ਪਾਸੇ ਰੱਬੀ ਨੂਰ ਹੀ ਨੂਰ ਨਜ਼ਰ ਆਉਂਦਾ ਹੈ। ਉਸ ਦੀ ਸਥਿਤੀ ਜੋ ਦਿਸੇ ਸੋ ਤੇਰਾ ਰੂਪ ਵਾਂਗਰ ਹੁੰਦੀ ਹੈ। ਕਾਦਰ ਦੇ ਦੀਦਾਰ ਸ਼ਰੀਅਤ ਵਿੱਚ ਬਿਆਨ ਨਹੀਂ ਹੁੰਦੇ, ਕਿਉਂਕਿ ਪੂਰੇ ਗੁਰੂ ਤੋਂ ਬਿਨਾਂ ਕਰਮ ਅਤੇ ਅਕਰਮ ਦੀ ਵਿਚਾਰ ਮਨ ਵਿੱਚ ਕਈ ਪ੍ਰਕਾਰ ਦੇ ਸ਼ੰਕੇ ਘਰ ਘਰ ਜਾਂਦੇ ਹਨ, ਜਿਸ ਕਾਰਨ ਮਨ ਦੀ ਪ੍ਰਤੀਤ ਹੀ ਨਹੀਂ ਆਉਂਦੀ। ਕੁਦਰਤ ਵਿੱਚ ਰਮਿਆ ਵੇਖਣ ਲਈ ਮਨ ਉੱਤੇ ਹਜ਼ੂਰੀ ਦਾ ਪਹਿਰਾ ਹੋਣਾ ਜ਼ਰੂਰੀ ਹੈ। ਕੇਵਲ ਸਰੀਰਕ ਹਾਜ਼ਰੀ ਹਜ਼ੂਰੀ ਦੀ ਸੂਚਕ ਨਹੀਂ ਹੁੰਦੀ, ਕਿਉਂਕਿ ਮਨ ਗੈਰ ਹਾਜ਼ਰ ਵੀ ਹੋ ਸਕਦਾ ਹੈ। ਹਜ਼ੂਰੀ ਤਾਂ ਹਜ਼ੂਰੀ ਵਿੱਚ ਲੈ ਜਾਣ ਦਾ ਇੱਕ ਸਾਧਨ ਹੈ, ਪਰ ਨਿਰੀ ਹਾਜ਼ਰੀ ਹਜ਼ੂਰੀ ਦੀ ਪ੍ਰਤੀਕ ਨਹੀਂ ਹੁੰਦੀ। ਕੇਵਲ ਮੂੰਹੋਂ ਆਖੀ ਜਾਣਾ ਕਿ ਕਰਤਾਰ ਕੁਦਰਤ ਵਿੱਚ ਵਸਿਆ ਹੋਇਆ ਹੈ, ਇਹ ਕਾਦਰ ਦੇ ਦਰਸ਼ਨ ਨਹੀਂ। ਤਾਂ ਸਹੀ ਤਾਂ ਦਰਸ਼ਨ ਲਖਾਇਕ ਹੀ ਨਹੀਂ ਹੈ। ਜਦੋਂ ਤੱਕ ਇਸ ਵਿਆਪਤਾ ਦੀ ਵਿਸਵਾਦ ਅਵਸਥਾ ਹਿਰਦੇ ਅੰਦਰ ਵਾਪਰ ਜਾਏ ਅਤੇ ਫਿਰ ਆਖੇ ਭਲਿਹਾਦਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ। ਇਸ ਲਈ ਹਿਰਦੇ ਵਿੱਚ ਗੁਰੂ ਦੇ ਬਚਨਾਂ 'ਤੇ ਦ੍ਰਿੜ ਨਿਸ਼ਚੇ ਦੀ ਲੋੜ ਹੈ, ਤਾਂ ਕਿਸੇ ਮਨ ਸਾਈਂ ਦੀ ਹਜ਼ੂਰੀ ਵਿੱਚ ਟਿਕਦਾ ਹੈ। ਇਹ ਦ੍ਰਿੜਤਾ ਵਾਲੀ ਦਾਤ ਵੀ ਗੁਰੂ ਪਾਸੋਂ ਹੀ ਮਿਲਦੀ ਹੈ। ਗੁਰੂ ਦੀ ਸਿੱਖ ਲਿਆਂ ਹੀ ਸਾਨੂੰ ਇਹ ਸਭ ਕੁਝ ਸਮਝ ਆਉਂਦਾ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।